ਉਸਤਾਦ ਮੁਹਤਰਮ ਨਾਲ ਬਹੁਤ ਸਾਰੀਆਂ ਯਾਦਾਂ ਨੇ। ਸ਼ਾਮ ਗੁਜ਼ਾਰੀ ਅਸੀਂ ਉੱਤੇ ਛਾਂਗਾ ਮੰਗਾ ਰਿਜ਼ੋਰਟ 'ਚ। ਖੂਬਸੂਰਤ ਗੱਲਾਂ ਬਾਤਾਂ, ਖੂਬਸੂਰਤ ਯਾਦਾਂ ਉਹ ਬਚਪਨ ਤੋਂ ਹੀ ਹਰ ਜਿਹੜਾ ਨਾ ਮਹਿਫਲ ਦੀ ਜਾਨ ਹੁੰਦੀ ਸੀ। ਸ਼ਾਮ ਉਹਨਾਂ ਨੇ ਜਿਹਨੂੰ ਕਹਿ ਲਓ ਕਿ ਯਾਦਗਾਰ ਕਰ ਦਿੱਤੀ, ਉਹ ਜ਼ਿੰਦਗੀ ਭਰ ਵਾਸਤੇ ਯਾਦ ਰਹੇਗੀ ਕਿ ਉਹ ਸਭ ਤੋਂ ਖੂਬਸੂਰਤ ਸ਼ਾਮ। ਤੇ ਮੈਨੂੰ ਇੱਕ ਗੱਲ ਉਹਨਾਂ ਦੀ ਬੜੀ ਯਾਦ ਆਉਂਦੀ ਹੈ। ਉਹ ਫਰਮਾਉਂਦੇ ਨੇ ਮੇਰੀ ਬੇਗਮ ਮੈਨੂੰ ਵੇਖ ਕੇ ਸਬਰ ਕਰਦੀ ਹੈ ਤੇ ਮੈਂ ਉਹਨੂੰ ਵੇਖ ਕੇ ਸ਼ੁਕਰ ਕਰਨਾ ਕਿ ਦੋਨੋਂ ਜਨਤੀ ਨੇ ਇੰਨਾ ਅਰੂਜ ਮਿਲਣਾ। ਇਹ ਮੈਂ ਸਮਝਦਾ ਸਿਰਫ ਉਹਦੇ ਵਾਸਤੇ ਨਹੀਂ, ਸਾਡੇ ਪੂਰੇ ਸ਼ਹਿਰ ਵਾਸਤੇ ਫਖਰ। ਮੈਂ ਫਖਰ ਨਾਲ ਕਹਿ ਸਕਦਾ ਕਿ ਮੈਂ ਉਸ ਸ਼ਹਿਰ ਜਿੱਥੇ ਜਨਮ ਹੋਇਆ ਤੇ ਪਲਿਆ ਬੜਿਆ ਔਰ ਇੰਨਾ ਨਾਮ ਕਮਾਇਆ। ਲੇਕਿਨ ਇਹ ਗੱਲ ਕੋਈ ਅਫਸੋਸ ਵੀ ਚਲੇਗੀ। ਛੇਤੀ ਬੋੜੀ ਵੇ ਤਬੀਬਾ, ਨਹੀਂ ਤੇ ਮੈਂ ਮਰ ਗਈਆ तेरे इश्क नचाया करके थैया थैया। आहा बिस्मिल्लाहिर्रहमानिर्रहीम। दोस्तों, मैं हूं सईद इजाज़ गिलानी, उर्दू कनाडा ऑफिशियल हमारा यूट्यूब चैनल है। आज हमारे दोस्त शाहिद खान साहब हमारे साथ हैं। इनका तल्लुक़ चूनिया से है और कनाडा में मुकीम है एक अरसा से। लेकिन ख़ास बात यह है कि चूनिया के जो मशहूर शायर हैं पंजाबी के जनाब तजम्मुल कलीम, जिनका इंतकाल गुज़श्ता दिनों हुआ था, तो शायर साहब का मुझे फ़ोन आया कि जी बड़ा अफसोस हुआ है और उनके साथ इनकी कुछ यादें वाबस्ता हैं। तो इतने बड़े शायर, पंजाबी के महान शायर जो हैं, और जितनी उनकी फॉलोइंग है उनके इंतकाल के बाद पता चला है। तो आज हम शाहिद खान साहब से कुछ बातचीत करके जनाब तजम्मुल कलीम की यादों को ताज़ा करते हैं। जो तू बाकी छड्डी सी, जो तू बाकी छड्डी सी, बोटी नहीं सी हड्डी सी। तू ते अख ना भर सकिया, मैं ते झोली अड्डी सी। मेरे पिछे क्यों है तू, तेरे कोल ते गड्डी सी। बच्चा कह के टाल गए, गल ते मेरी वड्डी सी। मेरे लेख दे दाने ते चार चफेरे खड्डी सी। जी अस्सलाम वालेकुम शाहिद भाई, कैसे हैं? वालेकुम अस्सलाम। शाह साहब की हाल में ठीक हो? हाँ जी, माशाअल्लाह माशाअल्लाह। बड़ी खुशी हुई ਤੁਸੀਂ ਇੰਨਾ ਸਫ਼ਰ ਕਰਕੇ ਆਏ ਹੋ ਔਰ ਆਪਣੇ ਉਸਤਾਦ ਮੁਹਤਰਮ ਦੀ ਯਾਦਾਂ ਨੂੰ ਤਾਜ਼ਾ ਕਰ ਰਹੇ ਤੇ ਅੱਛਾ ਸਾਨੂੰ ਇਹ ਦੱਸੋ ਕਿ ਤੁਹਾਡੀ ਚੂਣੀਆਂ 'ਚ ਹੁੰਦਿਆਂ ਤਜम्मुल कलीम ਸਾਹਿਬ ਨਾਲ ਜਿਹੜੀ ਮੁਲਾਕਾਤ ਹੈ, ਪਹਿਲੀ ਮੁਲਾਕਾਤ ਕਦੋਂ ਹੋਈ? ਸ਼ਾਹ ਜੀ ਪਹਿਲੀ ਮੁਲਾਕਾਤ ਤੇ ਉਹ ਕੋਈ ਬਚਪਨ ਦਾ ਸਾਥ ਸੀ। ਉਹ ਤੇ ਯਾਦਾਂ ਹੀ ਤੁਹਾਨੂੰ ਪਤਾ ਹੈ ਕਿ ਉਹ ਬਾਜ਼ ਦਫਾ ਜਿਹੜਾ ਹੈ ਨਾ ਥੋੜਾ ਗੁਬਾਰ ਜਿਹਾ ਆ ਜਾਂਦਾ ਤੇ ਯਾਦ ਨਹੀਂ ਰਹਿੰਦਾ। ਲੇਕਿਨ ਹੈਗਾ ਕਿ ਉਸਤਾਦ ਮੁਹਤਰਮ ਨਾਲ ਬਹੁਤ ਸਾਰੀਆਂ ਯਾਦਾਂ ਨੇ। ਲੇਕਿਨ ਆਖਰੀ ਮੁਲਾਕਾਤ ਜਿਹੜੀ ਮੇਰੀ ਉਹਨਾਂ ਦੇ ਨਾਲ ਹੋਈ ਸੀ, ਕਿਉਂਕਿ ਉਹਦੇ ਬਾਅਦ ਮੈਂ ਨਹੀਂ ਮਿਲ ਸਕਿਆ। ਆਖਰੀ ਮੁਲਾਕਾਤ ਸੀ ਜਦੋਂ ਮੇਰੇ ਸ਼ਾਦੀ ਹੋਈ ਸੀ ਤੇ ਸਭ ਦੋਸਤਾਂ ਨੇ ਕਿਹਾ, ਉਹਨਾਂ ਨੇ ਕਿਹਾ ਜੀ ਕਿ ਤੁਸੀਂ ਜਿਹੜਾ ਨਾ ਸਾਨੂੰ ਕੋਈ ਟ੍ਰੀਟ ਦਿਓ। ਤੇ ਆਪਣੇ ਤਜम्मुल ਸਾਹਿਬ ਵੀ ਉਹਨਾਂ ਨੇ ਕਿਹਾ ਜੀ ਕਿ ਇੱਕ ਸ਼ਾਮ ਜਿਹੜੀ ਨਾ ਹੋਣੀ ਚਾਹੀਦੀ ਇਕੱਠਿਆਂ। ਤੇ ਦੋਸਤ ਯਾਰ ਸਾਰੇ, ਜਿਹਦੇ 'ਚ ਆਪਣੇ ਰਾਣਾ ਸਈਦ ਸਾਹਿਬ, कारी साहब, कारी ज़िया, अपने रज़ा साहब ਤੇ ਫਿਰ ਆਪਣੇ ਉਸਤਾਦ ਮੁਹਤਰਮ, ਉਹਨਾਂ ਦੇ ਨਾਲ ਇੱਕ ਸ਼ਾਮ ਗੁਜ਼ਾਰੀ ਅਸੀਂ ਉੱਤੇ ਛਾਂਗਾ ਮੰਗਾ ਰਿਜ਼ੋਰਟ 'ਚ। ਤੇ ਬਹੁਤ ਪਿਆਰੀ ਸ਼ਾਮ, ਬੜੀ ਖੂਬਸੂਰਤ। ਤੇ ਉੱਥੇ ਕੀ ਗੱਲਾਂ ਬਾਤਾਂ ਹੋਈਆਂ? ਤੁਸੀਂ ਗੱਲਾਂ ਬਾਤਾਂ ਫਰੈਂਕਲੀ ਮਾਹੌਲ ਸੀ ਤੇ ਅੱਲਾਹ ਅਕਬਰ। ਉਹ ਤੇ ਸਾਰੇ ਯੰਗ ਸੀ ਤੇ ਉਹ ਤੁਹਾਨੂੰ ਪਤਾ ਕਿ ਸਾਰਿਆਂ ਦੀ ਇੱਕ ਐਨਰਜੀ ਹੁੰਦੀ ਹੈ। ਸਭ ਆਪਣੀ ਖੂਬਸੂਰਤ ਗੱਲਾਂ ਬਾਤਾਂ, ਖੂਬਸੂਰਤ ਯਾਦਾਂ ਹੋਣ, ਹੱਸੀ ਮਜ਼ਾਕ, ਖਾਣਾ ਹੋ ਰਿਹਾ ਸੀ। ਤੇ ਫਿਰ ਉਸਤਾਦ ਮੁਹਤਰਮ ਨੇ ਆਪਣਾ, ਤੁਹਾਨੂੰ ਪਤਾ ਕਿ ਉਹ ਤੇ ਹਰ ਦਿਲ ਅਜ਼ੀਜ਼ ਇਨਸਾਨ ਸੀ। ਉਹ ਤੇ ਬਚਪਨ ਤੋਂ ਹੀ ਹਰ ਜਿਹੜਾ ਨਾ ਮਹਿਫਲ ਦੀ ਜਾਨ ਹੁੰਦੇ ਸੀ ਔਰ ਜਿੱਥੇ ਜਾਂਦੇ ਸੀ ਦਬੰਗ ਹੁੰਦੇ ਸੀ ਉਹ ਹਮੇਸ਼ਾ। ਇੱਕ ਤਾਂ ਮਾਸ਼ਾਅੱਲਾ ਉਹਨਾਂ ਦੀ ਸ਼ਖਸੀਅਤ ਕਦਾਵਰ ਵੀ ਬਹੁਤ, ਬਾਅਦ 'ਚ ਤਾਂ ਬਹੁਤ ਜ਼ਿਆਦਾ ਕਦਾਵਰ, ਵੈਸੇ ਵੀ ਕੱਦ ਕਾਠ ਦੇ ਲੰਬੇ ਸੀ ਔਰ ਉਤੋਂ ਆਵਾਜ਼ ਉਹਨਾਂ ਦੀ। ਉਸ ਸ਼ਾਮ ਉਹਨਾਂ ਨੇ ਜਿਹਨੂੰ ਕਹਿ ਲਓ ਕਿ ਯਾਦਗਾਰ ਕਰ ਦਿੱਤੀ।
ਤਜਮਲ ਸਾਹਿਬ ਨੇ ਉਸ ਦਿਨ ਭਰਪੂਰ ਤਰੀਕੇ ਨਾਲ ਸਭ ਨੂੰ ਐਂਟਰਟੇਨ ਵੀ ਕੀਤਾ, ਹਸਾਇਆ ਵੀ, ਔਰ ਬਹੁਤ ਸਾਰੀ ਜਿਹੜੀ ਹੈ ਨਾ ਜਿਹਨੂੰ ਕਹਿ ਲਓ ਕਿ ਐਪਰੀਸ਼ੀਏਸ਼ਨ ਸਾਰਿਆਂ ਕੋਲ ਲਈ, ਔਰ ਉਹ ਮੈਨੂੰ ਯਾਦ ਹੈ, ਉਹ ਜ਼ਿੰਦਗੀ ਭਰ ਵਾਸਤੇ ਯਾਦ ਰਹੇਗੀ ਕਿ ਉਹ ਸਭ ਤੋਂ ਖੂਬਸੂਰਤ ਸ਼ਾਮ ਜ਼ਿੰਦਗੀ ਦੀਆਂ ਜਿੰਨੀ ਚੰਦ ਸ਼ਾਮਾਂ ਹੁੰਦੀਆਂ ਨੇ, ਇਨਸਾਨ ਉਹਨਾਂ ਨੂੰ ਯਾਦ ਕਰਦਾ ਹੈ, ਬਾਰ-ਬਾਰ ਯਾਦ ਕਰਦਾ ਹੈ। ਇਹ ਉਹ ਸ਼ਾਮ ਸੀ। ਅੱਛਾ, ਕੀ ਉਹਨਾਂ ਨੇ ਤੁਹਾਨੂੰ ਮਸਲਨ ਕੋਈ ਲਤੀਫੇ ਸੁਣਾਏ, ਕੋਈ ਗਾ ਕੇ ਸੁਣਾਇਆ, ਕੋਈ ਸ਼ਾਇਰੀ ਸੁਣਾਈ, ਤਜਮਲ ਵਾਕਿਆਤ? ਸਾਹਿਬ ਨੇ ਤਜਮਲ ਸਾਹਿਬ ਤੇ ਹੁੰਦਾ ਨਾ ਕਿ ਹਰਫ ਮੌਲਾ ਇਨਸਾਨ, ਮਤਲਬ ਮਹਿਫਲ ਚ ਅਗਰ ਹੈਗੇ ਨੇ ਉਹ ਗਾਣਾ ਵੀ ਗਾਣਗੇ, ਤੁਹਾਨੂੰ ਨਾਤ ਵੀ ਸੁਣਾਉਣਗੇ, ਤੁਹਾਨੂੰ ਸ਼ੇਰ ਵੀ ਸੁਣਾਉਣਗੇ, ਕਿਉਂਕਿ ਅਦਬੀ ਫੈਮਿਲੀ ਤੋਂ ਸੀ ਤੇ ਖੁਦ ਉਹਨਾਂ ਦਾ ਇਹਨਾਂ ਨਾ ਕਿ ਬਚਪਨ ਤੋਂ ਹੀ ਇਸ ਤਰ੍ਹਾਂ ਰੁਝਾਨ ਸੀ। ਤੇ ਤੁਹਾਨੂੰ ਪਤਾ ਕਿ ਉਹ ਫਿਰ ਅਹਿਲੇ ਬੈਤ ਦੇ ਬੜੇ ਜਾਨਸਾਰ ਮੁਹੱਬਤ ਕਰਨ ਵਾਲੇ ਤੇ ਮਰਸੀਏ ਵੀ ਹੁਸੈਨ ਅਲੈਹਿਸਲਾਮ ਦੀ ਮਿਦਤ ਜਿਹੜੀ ਹੈ ਉਹਨਾਂ ਦੀ ਰੱਬ ਲੱਗੀ ਹੋਈ ਸੀ, ਉਹਨਾਂ ਦੇ ਵੈਸੇ ਉਹਨਾਂ ਦਾ ਪਿਆਰ। ਫਿਰ ਉਹਦੇ ਬਾਅਦ ਦੂਸਰੀ ਤਰਫ ਅਗਰ ਤੁਸੀਂ ਦੁਨਿਆਵੀ ਤੌਰ ਤੇ ਦੇਖ ਲਓ, ਹੀ ਵਾਸ ਅ ਵੰਡਰਫੁਲ ਪਰਸਨ। ਤੇ ਮੈਨੂੰ ਇੱਕ ਗੱਲ ਉਹਨਾਂ ਦੀ ਬੜੀ ਯਾਦ ਆਉਂਦੀ ਹੈ, ਕਹਿੰਦੇ ਨੇ ਕਿ ਖਾਨ ਸਾਹਿਬ ਤੁਹਾਡਾ ਹੁਣ ਵਿਆਹ ਹੋਇਆ, ਮੇਰਾ ਹੋ ਚੁੱਕਿਆ, ਤੇ ਮੈਂ ਇਸ ਗੱਲ ਤੇ ਮੈਨੂੰ ਕਾਮਿਲ ਯਕੀਨ ਹੈਗਾ ਕਿ ਮੈਂ ਔਰ ਮੇਰੀ ਬੀਵੀ ਅਸੀਂ ਦੋਨੋਂ ਜੰਨਤੀ ਹੈਗੇ, ਰਿਸ਼ਤੇ ਹੈਗੇ। ਸਾਰੇ ਬੜੇ ਹੁੰਦੇ ਨੇ, ਕਹਿੰਦੇ ਤੁਹਾਨੂੰ ਕੀ ਹੁੰਦਾ ਨਾ ਕਿ ਕੋਈ ਬਸ਼ਾਰਤ ਮਿਲ ਗਈ ਹੈ? ਕਹਿੰਦੇ ਸਾਬਰ ਔਰ ਸ਼ਾਕਿਰ, ਸਾਡਾ ਇਸ ਤੇ ਈਮਾਨ ਹੈ ਕਿ ਦੋਨੋਂ ਜੰਨਤੀ ਨੇ। ਤੇ ਫਰਮਾਉਂਦੇ ਨੇ ਮੇਰੀ ਬੇਗਮ ਮੈਨੂੰ ਵੇਖ ਕੇ ਸਬਰ ਕਰਦੀ ਹੈ ਤੇ ਮੈਂ ਉਹਨੂੰ ਵੇਖ ਕੇ ਸ਼ੁਕਰ ਕਰਨਾ ਕਿ ਯਾ ਅੱਲਾ ਮੈਨੂੰ ਵੀ ਮਨਾ ਕਹਿੰਦਾ ਮੈਂ ਤੇ ਸ਼ਕਲ ਸੂਰਤ ਦਾ ਐਡਾ ਕੋਈ ਨਹੀਂ ਹੈਗਾ, ਹਾਲਾਂਕਿ ਉਹ ਖੂਬਸੂਰਤ ਇਨਸਾਨ ਸੀ ਬਾਸ਼ਾ। ਤੇ ਮੈਨੂੰ ਅੱਜ ਵੀ ਉਹ ਸੋਚ ਕੇ ਨਾ ਆਂਦੀ ਕਹਿੰਦੇ ਨੇ ਮੈਂ ਉਹਨੂੰ ਵੇਖ ਕੇ ਸ਼ੁਕਰ ਕਰਨਾ, ਉਹਨੂੰ ਵੇਖ ਕੇ ਸਬਰ ਕਰ ਲੈਂਦੀ, ਇਸ ਗੱਲੋਂ ਅਸੀਂ ਦੋਨੋਂ ਅੱਲਾਹੁ ਅਕਬਰ। ਬਾਕੀ ਤਜਮਲ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਕੀ ਲੱਗਿਆ ਉਹਨਾਂ ਦੇ ਫੌਤ ਹੋਣ ਦਾ ਸੁਣ ਕੇ ਕਿ ਉਹ ਕਿੱਡੇ ਵੱਡੇ ਸ਼ਾਇਰ ਸਨ? ਤੁਹਾਨੂੰ ਜਦੋਂ ਸ਼ਾਦੀ ਤੇ ਇਹ ਸਾਰੀ ਮੁਲਾਕਾਤ ਹੋਈ, ਇਹ ਪਤਾ ਸੀ ਕਿ ਉਹ ਏਡੇ ਵੱਡੇ ਸ਼ਾਇਰ? ਅੱਲਾਹੁ ਅਕਬਰ, ਅੱਲਾਹੁ ਸ਼ਾਹ ਜੀ ਬਖੁਦਾ ਮੈਨੂੰ ਸਾਨੂੰ ਪਿਆਰਾ ਬੜਾ ਸੀ, ਸਾਨੂੰ ਬਹੁਤ ਪਿਆਰਾ ਸੀ, ਸਾਡਾ ਦੋਸਤ ਵੀ ਸੀ, ਬਚਪਨ ਤੋਂ ਅਸੀਂ ਇੱਕੋ ਜਗ੍ਹਾ ਖੇਡਦੇ ਰਹੇ, ਇੱਕੋ ਜਗ੍ਹਾ ਲੈਣਾ ਕੀ ਤੁਰਦੇ ਫਿਰਦੇ ਰਹੇ, ਬਹੁਤ ਸਾਰੀਆਂ ਸ਼ਾਮਾਂ ਗੁਜ਼ਾਰੀਆਂ। ਲੇਕਿਨ ਇੰਨਾ ਅਰੂਜ ਮਿਲਣਾ, ਇਹ ਮੈਂ ਸਮਝਣਾ ਸਿਰਫ ਉਹਦੇ ਵਾਸਤੇ ਨਹੀਂ, ਸਾਡੇ ਪੂਰੇ ਸ਼ਹਿਰ ਵਾਸਤੇ ਔਰ ਉਸ ਸ਼ਹਿਰ ਵਾਸੀਆਂ ਵਾਸਤੇ ਇੱਕ ਫਖਰ। ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਸ ਸ਼ਹਿਰ ਤੋਂ ਹਾਂ ਜਿੱਥੇ ਤਜਮਲ ਕਲੀਮ ਪੈਦਾ ਹੋਇਆ, ਪਲਿਆ ਬੜਿਆ। ਮੈਂ ਫਖਰ ਨਾਲ ਕਹਿ ਸਕਦਾ ਕਿ ਮੈਂ ਉਸ ਸ਼ਹਿਰ ਤੋਂ ਕਿ ਜਿੱਥੇ ਤਜਮਲ ਕਲੀਮ ਦਾ ਜਨਮ ਹੋਇਆ, ਉੱਥੇ ਪਲਿਆ ਬੜਿਆ, ਉੱਥੇ ਹੁੰਦਾ ਨਾ ਕਿ ਉਹਨਾਂ ਨੇ ਆਪਣੀ ਜ਼ਮੀਨ ਦੇ ਨਾਲ ਜੁੜ ਕੇ ਰਹੇ ਔਰ ਇੰਨਾ ਨਾਮ ਕਮਾਇਆ ਔਰ ਇੰਨਾ ਕੱਦ ਕਾਠ। ਮੈਂ ਸਮਝਣਾ ਕਿ ਅਦਬ ਦੀ ਦੁਨੀਆ ਵਾਸਤੇ ਇੱਕ ਬਹੁਤ ਬੜਾ ਖਲਾ ਛੋੜ ਗਿਆ, ਅਦਬੀ ਲੋਕਾਂ ਵਾਸਤੇ ਇੱਕ ਬਹੁਤ ਬੜਾ ਯਾਨੀ ਕਹਿਣ ਦਾ ਮਕਸਦ ਇਹ ਹੈਗਾ ਕਿ ਉਹ ਜਿਸ ਤਰ੍ਹਾਂ ਪੰਜਾਬੀ ਜ਼ੁਬਾਨ ਤੇ ਅਦਬ ਦੀ ਉਹਨਾਂ ਨੇ ਜਿਸ ਜੁਰਤ ਤੇ ਜਦੋਜਹਿਦ ਨਾਲ ਖਿਦਮਤ ਕੀਤੀ ਹੈ, ਯਾਨੀ ਉਹ ਬੇਮਿਸਾਲ ਹੈ। ਬੇਮਿਸਾਲ। ਇਸ ਤੋਂ ਪਹਿਲੇ ਮੇਰੇ ਖਿਆਲ ਐਸੀ ਕੋਈ ਮਿਸਾਲ ਮਿਲਦੀ ਵੀ ਨਹੀਂ। ਪੰਜਾਬੀ ਗਜ਼ਲ ਜਿਹੜਾ ਹੈ ਉਹਦੇ ਵਿੱਚ ਕਿਸੇ ਨੂੰ ਇੰਨਾ ਕਮਾਲ ਨਹੀਂ ਸੀ। ਬੇਸਿਕਲੀ ਅਗਰ ਦੇਖਿਆ ਜਾਵੇ ਤਾਂ ਉਹ ਸ਼ਾਇਦ ਪਹਿਲੇ ਸੀ ਜਿਨ੍ਹਾਂ ਨੇ ਬਾਕਾਇਦਾ ਤੌਰ ਤੇ ਪੰਜਾਬੀ 'ਚ ਗਜ਼ਲ ਹਾਂਜੀ, ਨਜ਼ਮ ਤਾਂ ਲਿਖੀ ਗਈ ਪਹਿਲੇ, ਨਜ਼ਮਾਂ ਲਿਖੀਆਂ ਗਈਆਂ, ਲੇਕਿਨ ਬਾਕਾਇਦਾ ਤੌਰ ਤੇ ਪੰਜਾਬੀ ਦੇ ਵਿੱਚ ਗਜ਼ਲ, ਜਦੀਦ ਗਜ਼ਲ ਜੀ ਉਹ ਵੀ ਜਦੀਦ ਗਜ਼ਲ, ਇਹ ਉਹਨਾਂ ਦਾ ਕੰਮ। ਔਰ ਫਿਰ
एडा कद काठ जिहड़ा ਇਸ ਬੁਲੰਦੀ ਤੱਕ ਲੈ ਜਾਂਦਾ। ਮੈਂ ਸਮਝਦਾ ਕਿ ਇਹ ਸਾਡੇ ਸਾਰੇ ਪੰਜਾਬੀਆਂ ਵਾਸਤੇ ਫਖਰ ਕਰਨਾ ਤੇ ਲੇਕਿਨ ਹੈਗਾ ਕਿ ਅਫਸੋਸ ਵੀ ਹੈ ਕਿ ਚਲੇਗਾ ਪਰ ਜਲਦੀ ਚਲੇਗਾ। ਔਰ ਇਹ ਸਾਰੇ ਪੰਜਾਬੀ ਵਾਸਤੇ ਰਿਗਾਰਡਲੈਸ ਕਿ ਉਹ ਨਾ ਕਿ ਪਾਕਿਸਤਾਨ ਤੋਂ ਤੇ ਜਾਂ ਇੰਡੀਆ ਦੇ ਪੰਜਾਬੀ ਉਨਾ ਹੀ ਪਿਆਰ ਉਹਨਾਂ ਨੂੰ ਉਹ ਸ਼ਾਇਦ ਸਾਡੇ ਤੋਂ ਜ਼ਿਆਦਾ ਦਿੱਤਾ ਹੋਵੇ। ਉਹ ਖੁਦ ਵੀ ਕਹਿੰਦੇ ਸਨ ਕਿ ਮੈਨੂੰ ਇੰਝ ਲੱਗਦਾ ਮੈਂ ਚੜ੍ਹਦੇ ਪੰਜਾਬ ਦਾ ਜ਼ਿਆਦਾ ਹਾਂਜੀ ਜਿੰਨਾ ਪਿਆਰ ਉਹਨਾਂ ਨੂੰ ਜੀ ਜੀ ਇਸੇ ਤਰ੍ਹਾਂ ਹੀ ਤੁਸੀਂ ਦੇਖ ਲਓ ਪੂਰੀ ਦੁਨੀਆ ਚ ਉਹਨਾਂ ਨੂੰ। ਔਰ ਉਹਨਾਂ ਦਾ ਜਿਹੜਾ ਮੇਰੇ ਨਾਲ ਇੰਟਰਵਿਊ ਸੀ ਤੇ ਉਹਦੇ 'ਚ ਉਹਨਾਂ ਦਾ ਪੈਗਾਮ ਵੀ ਇਹ ਸੀ ਵਾਹ। ਕਿ ਪੰਜਾਬੀਓ ਖੁੱਲ੍ਹ ਕੇ ਜੀਓ ਹਾਂਜੀ ਤੇ ਜੀਵੇ ਪੰਜਾਬ। ਹਾਂ ਆਪਣੇ ਚਾਹਣ ਵਾਲੇ ਜਿਹੜੇ ਪੂਰੀ ਦੁਨੀਆ 'ਚ ਨੇ ਤੇ ਉਹਨਾਂ ਵਾਸਤੇ ਕੋਈ ਪੈਗਾਮ? ਪੂਰੀ ਦੁਨੀਆ ਦੇ ਪੰਜਾਬੀਓ ਬਹੁਤ ਜੀਓ ਤੇ ਖੁੱਲ੍ਹ ਕੇ ਜੀਓ ਤੇ ਜੀਵੇ ਪੰਜਾਬ।